Hello my dear students, I am Kiran Matharu, your online teacher. How are you all? Hope you all are doing great in your studies. Today we will continue lesson number 6, The Old Sage and the Brothers. So today we will continue our lesson number 6, activities, learning language, verbs. ਅੱਜ ਆਪਾਂ ਆਪਣੇ ਲੈਸਨ ਨੰਬਰ 6 ਦਾ ਸੈਕੰਡ ਪਾਰਟ ਸਟਾਰਟ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਲੈਸਨ ਨੰਬਰ 6 ਦਾ ਫਸਟ ਪਾਰਟ ਆਲਰੇਡੀ ਕੰਪਲੀਟ ਕਰ ਚੁੱਕੇ ਹਾਂ। ਜੇ ਤੁਸੀਂ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਤੁਸੀਂ ਉਹ ਵੀ ਦੇਖ ਲਓ, ਉਸ ਤੋਂ ਬਾਅਦ ਅੱਜ ਵਾਲੀ ਵੀਡੀਓ ਨੂੰ ਕੰਟੀਨਿਊ ਕਰ ਲਿਓ, ਠੀਕ ਹੈ। ਤੇ ਇਹਦੇ ਨਾਲ ਨਾਲ ਆਪਣਾ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਦਾ ਸਾਰਾ ਸਿਲੇਬਸ ਤੁਹਾਨੂੰ ਚੈਨਲ ਤੇ ਮਿਲ ਜਾਏਗਾ। ਤੁਸੀਂ ਆਪਣੇ ਉੱਥੋਂ ਰਿਵੀਜ਼ਨ ਕਰ ਲਓ ਤੇ ਨਾਲ ਨਾਲ ਤੁਸੀਂ ਆਪਣੇ ਨੈਸ ਦੀ ਤਿਆਰੀ ਵੀ ਰੱਖੋ, ठीक है। नैशनल अचीवमेंट सर्वे जोड़ा कि फाइनली नवंबर 12 ਨੂੰ ਹੋਣਾ। सो विदाउट वेस्टिंग एनी टाइम लेट अस स्टार्ट वर्ब्स। हाँ जी, देयर आर 2 फॉर्म्स ऑफ मेन वर्ब्स इन इंग्लिश। इंग्लिश ਦੇ ਵਿੱਚ ਜਿਹੜੀਆਂ ਮੇਨ ਵਰਬਸ ਹੈਗੀਆਂ ਉਹਦੀਆਂ 2 ਫਾਰਮਸ ਹੁੰਦੀਆਂ, ਠੀਕ ਹੈ। ਮੇਨ ਵਰਬਸ ਦੀਆਂ 2 ਫਾਰਮਸ ਹੁੰਦੀਆਂ, ਕਿਹੜੀਆਂ ਕਿਹੜੀਆਂ ਹੁੰਦੀਆਂ? ਫਸਟ ਹੁੰਦੀ ਹੈ ਦ ਫਾਈਨਾਈਟ ਵਰਬਸ ਐਂਡ ਸੈਕਿੰਡ ਦ ਨॉन ਫਾਈਨਾਈਟ ਵਰਬਸ। ਹੁਣ ਆਪਾਂ ਇਹ ਦੇਖਣਾ ਕਿ ਫਾਈਨਾਈਟ ਵਰਬ ਕੀ ਹੁੰਦੀ ਆ, ਠੀਕ ਹੈ। ਅ ਫਾਈਨਾਈਟ ਵਰਬ ਇਜ਼ ਦ ਫਾਰਮ ਆਫ ਅ ਵਰਬ ਵਿਚ ਇਜ਼ ਲਿਮਿਟਡ ਬਾਈ ਦ ਨੰਬਰ, person and tense. A finite verb is a verb that has a finite or limited agreement with the subject. Finite verb ਇੱਕ ਇਸ ਤਰ੍ਹਾਂ ਦਾ verb ਹੁੰਦਾ ਜਿਹਦਾ ਕਿ ਉਸ ਦੇ ਸਬਜੈਕਟ ਦੇ ਨਾਲ ਇੱਕ limited agreement ਹੁੰਦਾ। It limits its uses as per the subject's parameters, means ਕਿ ਇਹ ਆਪਣੇ ਆਪ ਨੂੰ ਆਪਣੇ ਸਬਜੈਕਟ ਦੇ ਪੈਰਾਮੀਟਰਸ ਦੇ ਅਕੋਰਡਿੰਗ ਚੇਂਜ ਕਰਦਾ ਹੈ। There are 3 defined parameters on which the limitation is fixed. ਤੇ ਕਿਹੜੇ ਕਿਹੜੇ ਪੈਰਾਮੀਟਰਸ ਦੇ ਅਕੋਰਡਿੰਗ ਇਹ ਆਪਣੇ ਆਪ ਨੂੰ ਲਿਮਿਟ ਕਰਦਾ ਆ? ਫਸਟ ਹੈਗਾ ਟੈਂਸ, ਠੀਕ ਹੈ। ਜਿਸ ਵੀ ਟੈਂਸ ਦੇ ਵਿੱਚ ਤੁਹਾਨੂੰ ਦਿੱਤਾ ਹੁੰਦਾ ਸੈਂਟੈਂਸ, ਮੀਨਸ ਚਾਹੇ ਉਹ ਪਾਸਟ ਹੈ ਜਾਂ ਪ੍ਰੈਜੈਂਟ ਜਾਂ ਫਿਊਚਰ ਆ, ਉਹਦੇ ਅਕੋਰਡਿੰਗ ਹੀ ਵਰਬ ਚੇਂਜ ਹੋ ਜਾਂਦੀ ਆ। ਸੈਕਿੰਡ ਪਰਸਨ, ਤੇ ਦੂਸਰਾ ਪੈਰਾਮੀਟਰ ਹੈਗਾ ਪਰਸਨ। ਹਾਂਜੀ, ਜਿਹੜਾ ਸਬਜੈਕਟ ਹੈਗਾ ਕਿ ਉਹ ਫਸਟ ਪਰਸਨ ਹੈ, ਸੈਕਿੰਡ ਪਰਸਨ ਹੈ ਜਾਂ ਥਰਡ ਪਰਸਨ ਹੈ, ਤੇ ਉਹਦੇ ਅਕੋਰਡਿੰਗ ਹੀ ਵਰਬ ਚੇਂਜ ਹੋ ਜਾਂਦੀ ਹੈ। ਨੈਕਸਟ ਹੈ ਥਰਡ ਪੈਰਾਮੀਟਰ ਇਹਦਾ ਹੈ ਨੰਬਰ, ਦੈਟ ਇਜ਼ ਸਬਜੈਕਟ ਇਜ਼ ਸਿੰਗੂਲਰ ਐਂਡ ਪਲੂਰਲ। ਤੇ ਇੱਥੇ ਆ ਕੇ ਥਰਡ ਪੈਰਾਮੀਟਰ ਦੇ ਵਿੱਚ ਦੇਖਿਆ ਜਾਂਦਾ ਕਿ ਜਿਹੜਾ ਸਬਜੈਕਟ ਹੈਗਾ ਕਿ ਉਹ ਸਿੰਗੂਲਰ ਹੈ ਜਾਂ ਪਲੂਰਲ ਹੈ, ਠੀਕ ਹੈ। ਸੋ ਅ ਫਾਈਨਾਈਟ ਵਰਬ ਵਿਲ ਚੇਂਜ ਐਜ਼ ਪਰ ਟੈਂਸ ਆਫ ਦਾ ਸੈਂਟੈਂਸ, ਐਜ਼ ਪਰ ਪਰਸਨ ਐਂਡ ਐਜ਼ ਪਰ ਨੰਬਰ। ਸੋ ਜਿਹੜਾ ਫਾਈਨਾਈਟ ਵਰਬ ਹੁੰਦਾ ਉਹ ਆਪਣੇ ਆਪ ਨੂੰ ਟੈਂਸ ਦੇ ਅਕੋਰਡਿੰਗ, ਜੋ ਵੀ ਸੈਂਟੈਂਸ ਦਾ ਟੈਂਸ ਹੁੰਦਾ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਚੇਂਜ ਕਰਦਾ, ਜਾਂ ਫਿਰ ਉਹਦੇ 'ਚ ਜਿਹੜਾ ਐਜ਼ ਪਰਸਨ ਹੈ, ਠੀਕ ਹੈ, ਫਸਟ ਪਰਸਨ ਹੈ, ਸੈਕਿੰਡ ਪਰਸਨ ਹੈ ਜਾਂ ਥਰਡ ਪਰਸਨ ਆ, ਉਹਦੇ ਪੈਰਾਮੀਟਰ ਦੇ ਅਕੋਰਡਿੰਗ ਚੇਂਜ ਕਰਦਾ, ਜਾਂ ਫਿਰ ਐਜ਼ ਪਰ ਨੰਬਰ, ਜਿਹੜਾ ਸਬਜੈਕਟ ਹੈ ਉਹ ਸਿੰਗੂਲਰ ਹੈ ਜਾਂ ਪਲੂਰਲ ਹੈ, ਉਹਦੇ ਅਕੋਰਡਿੰਗ ਉਹ ਆਪਣੇ ਆਪ ਨੂੰ ਚੇਂਜ ਕਰ ਲੈਂਦਾ। ਸੋ ਉਹ ਹੁੰਦਾ ਫਾਈਨਾਈਟ ਵਰਬ, ਠੀਕ ਹੈ। ਆਪਾਂ ਕੁਛ ਐਗਜ਼ਾਮਪਲਸ ਦੇਖ ਲੈਂਦੇ ਹਾਂ। ਹਾਂਜੀ, ਐਗਜ਼ਾਮਪਲ ਦੇਖੋ, ਆਈ ਈਟ ਐਨ ਐਪਲ ਡੇਲੀ। ਨੈਕਸਟ, ਸ਼ੀ ਈਟਸ ਐਨ ਐਪਲ ਡੇਲੀ। ਨੰਬਰ 3, ਵੀ ਈਟ apples daily. Number 4, we ate an apple yesterday. Number 5, we will eat apples tomorrow. In the examples of verb, the verb eat changes its forms with change in number, person or tense. Therefore it can be called a finite verb. ਹਾਂਜੀ, ਹੁਣ ਆਪਾਂ ਉੱਪਰ ਐਗਜ਼ਾਮਪਲਸ ਦੇਖਿਆ ਕਿ ਜਿਹੜਾ ਵਰਬ ਸੀ ਈਟ ਉਹ ਆਪਣੀ ਫਾਰਮ ਅਕੋਰਡਿੰਗ ਟੂ ਨੰਬਰ, ਪਰਸਨ ਔਰ ਟੈਂਸ ਚੇਂਜ ਕਰ ਰਿਹਾ। ਇਸੇ ਵਰਬ ਨੂੰ ਆਪਾਂ ਕਹਿ ਦਿੰਦੇ ਹਾਂ ਫਾਈਨਾਈਟ ਵਰਬ। ਹਾਂਜੀ, ਨੈਕਸਟ ਹੈਗਾ ਨॉन ਫਾਈਨਾਈਟ ਵਰਬਸ, ਠੀਕ ਹੈ। ਹੁਣ ਆਪਾਂ ਜਿਹੜਾ ਫਾਈਨਾਈਟ ਵਰਬ ਬਾਰੇ ਆਪਾਂ ਪੜ੍ਹਿਆ, ਇਹ ਉਸ ਤੋਂ ਆਪੋਜ਼ਿਟ ਹੁੰਦਾ, ਠੀਕ ਹੈ। ਅ ਨॉन ਫਾਈਨਾਈਟ ਫਾਰਮ ਆਫ ਅ ਵਰਬ ਇਜ਼ ਨਾਟ ਲਿਮਿਟਿਡ ਬਾਈ ਨੰਬਰ ਐਂਡ ਪਰਸਨ ਆਫ ਅ ਸਬਜੈਕਟ ਐਂਡ ਹੈਜ਼ ਨੋ ਟੈਂਸ, ਠੀਕ ਹੈ। ਹੁਣ ਨॉन ਫਾਈਨਾਈਟ ਫਾਰਮ ਜਿਹੜੀ ਹੈ ਵਰਬ ਦੀ, ਉਹ ਆਪਣੇ ਸਬਜੈਕਟ, ਉਹ ਸੈਂਟੈਂਸ ਦੇ ਵਿੱਚ ਸਬਜੈਕਟ ਦੇ ਅਕੋਰਡਿੰਗ ਜਾਂ ਟੈਂਸ ਦੇ ਅਕੋਰਡਿੰਗ, ਠੀਕ ਹੈ, ਚੇਂਜ ਨਹੀਂ ਹੁੰਦੀ। ਨॉन ਫਾਈਨਾਈਟ ਵਰਬ ਫਾਰਮਸ ਆਰ ਟਿਪਿਕਲੀ ਇਨਫਿਨਿਟਿਵ ਫਾਰਮਸ ਵਿਦ ਔਰ ਵਿਦਾਊਟ ਟੂ। example, to go, go. ing forms, example, going. And third form of the verb, example, finished, gone,
ਲੈਟਸ ਲੁੱਕ ਐਟ ਸਮ ਐਗਜ਼ਾਮਪਲਸ। ਸੋ ਨॉन फाइनाइट वर्ब फॉर्म्स ਜਿਹੜੀਆਂ ਹੁੰਦੀਆਂ ਉਹ ਇਨਫਿਨਿਟਿਵਸ ਫॉर्म ਹੁੰਦੀਆਂ। ਕਈ ਵਾਰੀ ਟੂ ਪਲੱਸ ਫਸਟ ਫॉर्म ਯੂਜ਼ ਹੁੰਦੀ ਆ ਤੇ ਕਿਤੇ ਕਿਤੇ ਕੱਲੀ ਫਸਟ ਫॉर्म ਲੱਗਦੀ ਆ ਤੇ ਕਿਸੇ ਟਾਈਮ ING ਫॉर्म्स ਯੂਜ਼ ਹੁੰਦੀਆਂ ਜਿਸ ਤਰ੍ਹਾਂ फस्ट फॉर्म प्लस ING ਤੇ ਜਾਂ ਫਿਰ थर्ड फॉर्म ऑफ द वर्ब फिनिश्ड और गॉन। ठीक है, नीचे कुछ एग्जांपल्स दिते हुए हैं। नंबर 1, आई वॉन्ट टू ईट एन एप्पल। नेक्स्ट, शी वॉन्ट्स टू ईट एन एप्पल। वी वॉन्ट टू ईट एप्पल्स। दे वॉन्टेड टू ईट एप्पल्स। दे विल वॉन्ट टू ईट एप्पल्स टुमारो। इन द एग्जांपल्स of verb, to eat does not change even when the other verb want keeps changing according to number, person or tense. Therefore to eat is a non-finite verb। ठीक है, हुण आपां जिहड़े उपर एग्जांपल्स देखिया इहदे च आपां देखिया कि जिहड़ा टू ईट सी, ठीक है, उहने अपने आप नूं चेंज नहीं कीता। ठीक है, चाहे कि कोई भी नंबर, पर्सन जां टेंस सी, वो एज इट इज़ ही रहा। ठीक है, सो टू ईट की हैगा इत्थे नॉन फाइनाइट वर्ब। हाँ जी, नैक्सट आ गया टाइप्स ऑफ नॉन फाइनाइट वर्ब्स। हाँ जी, हुणे आपां देखिया कि जिहड़ियां नॉन फाइनाइट वर्ब्स हुंदियां ਉਹ किते तां टू प्लस फस्ट फॉर्म यूज़ हुंदा, किते फस्ट फॉर्म ING ਦੇ ਨਾਲ यूज़ ਹੁੰਦੀਆਂ, किते थर्ड फॉर्म ਦੇ ਵਿੱਚ ਹੁੰਦੀਆਂ। ठीक है, ਹੁਣ ਆਪਾਂ ਇਹਨੂੰ ਇੱਕ ਵਾਰੀ डिटेल 'ਚ ਦੇਖ ਲੈਂਦੇ ਹਾਂ। देयर आर 3 टाइप्स ऑफ नॉन फाइनाइट वर्ब्स। ਤੇ ਅੱਗੇ नॉन फाइनाइट वर्ब्स ਦੀਆਂ भी 3 टाइप्स हैगियां। ਕਿਹੜੀਆਂ-ਕਿਹੜੀਆਂ? फस्ट हैगी द इन्फिनेटिव, नैक्सट हैगी द जेरंड एंड नैक्सट हैगी द पार्टिसिपल्स, है ना। ये 3 टाइप्स हैगियां। हुण आपां ये देख लैंदे आ। लैट अस लुक एट द फॉलोइंग फ्लो चार्ट टू हैव अ बैटर अंडरस्टैंडिंग। हुण नीचे एक फ्लो चार्ट दिता होया, आपां उहदे च ध्यान दे नाल देखदे आ कि नॉन फाइनाइट दियां अगे किहड़ियां-किहड़ियां 3 टाइप्स हुंदियां नॉन फाइनाइट दियां। फस्ट हैगी इन्फिनेटिव, नैक्सट हैगी जेरंड और नैक्सट है पार्टिसिपल। ठीक है, इन्फिनेटिव की हुंदे आ? इन्फिनेटिव जिहड़े हुंदे आ, these are not used as a main verb. Instead it is used as noun, adjective or adverbs in the sentences। ਜਿਹੜੇ infinitive ਹੁੰਦੇ ਆ ਉਹ ਅਸਲ ਦੇ ਵਿੱਚ ਮੇਨ verb ਨਹੀਂ ਹੁੰਦੇ। ਠੀਕ ਹੈ, ਉਹ ਮੇਨ verb ਦੀ ਤਰ੍ਹਾਂ ਯੂਜ਼ ਨਹੀਂ ਹੁੰਦੇ, ਬਲਕਿ ਉਹ ਸੈਂਟੈਂਸ ਦੇ ਵਿੱਚ ਐਜ਼ ਅ ਨਾਊਨ, ਐਡਜੈਕਟਿਵ ਜਾਂ ਐਡਵਰਬ ਦੇ ਰੂਪ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਠੀਕ ਹੈ, ਤੇ ਇਹਦੇ ਅੱਗੇ ਟੂ पार्ट्स हो गए, बेयर इन्फिनेटिव और टू इन्फिनेटिव। ठीक है, बेयर इन्फिनेटिव दे विच ओनली फस्ट फॉर्म ऑफ द वर्ब ते टू इन्फिनेटिव दे विच टू प्लस फस्ट फॉर्म। ठीक है, नैक्सट आ गया जेरंड। जेरंड की है? व्हेन वी यूज अ वर्ब इन प्लेस ऑफ अ नाउन इट इज़ कॉल्ड जेरंड। जेरंड दे विच की आंदा कि जेरंड असल दे विच जदों आपां किसी सेंटेंस दे विच वर्ब नूं ही एज अ नाउन यूज़ करते हैं। ठीक है, उत्थे वर्ब ही एज अ नाउन यूज़ होंदी है ते उहनूं आपां कह दिंदे आ जेरंड। ठीक है, ते इस तो इलावा यह एज एन ऑब्जैक्ट और एज अ कॉम्पलीमेंट भी यूज़ किए जाते हैं। तो ये नाल फस्ट फॉर्म दे नाल ING यूज़ होंदा है। हाँ जी, नैक्सट इज़ पार्टिसिपल। हाँ जी, इट इज़ नॉट द मेन वर्ब इन द सेंटेंसेस। इट डज नॉट फंक्शन एज वर्ब इन द सेंटेंस। इट फंक्शनस एज एडजेक्टिव इन द सेंटेंस। हुण ये सेंटेंस दे विच मेन वर्ब की तरह यूज़ नहीं होंदे ते ना ही वो सेंटेंस दे विच कोई वर्ब की तरह कोई फंक्शन करदे आ। ठीक है, सो इन्हां दा फंक्शन की हुंदा सेंटेंस दे विच? ए एज एन एडजेक्टिव यूज़ होंदे आ। ठीक है, सो ये हुंदे आ पार्टिसिपल। इन्हां दी भी अगे 3 टाइप्स आ गईयां। फस्ट आ गई प्रेजेंट पार्टिसिपल, मीनस फस्ट फॉर्म प्लस ING। नैक्सट है पास्ट पार्टिसिपल, थर्ड फॉर्म ऑफ द वर्ब। नैक्सट आ गया परफेक्ट पार्टिसिपल, हैविंग प्लस थर्ड फॉर्म। ठीक है, एक्टिविटी 6 जिहड़ी मेन वर्ब हुंदी आ उहदी अगे 2 फॉर्म्स हुंदियां। ठीक है ना, द फाइनाइट वर्ब्स ते द नॉन फाइनाइट वर्ब्स, जो कि आपां हुणे पढ़ के आए आ। ते उसनूं पढ़न तो बाद आपां नूं इह पता चल गया कि जिहड़ियां फाइनाइट हुंदियां उहनां च दैट इज़ लिमिटेड अग्रीमेंट विद द सबजैक्ट। ਉਹ सबजैक्ट ਦੇ अकॉर्डिंग अपने आप ਨੂੰ चेंज करदियां, अपनी फॉर्म ਨੂੰ चेंज करदियां। ठीक है, ਜਿਹੜੇ नॉन फाइनाइट वर्ब्स ਹੁੰਦੀਆਂ ਉਹ ਆਪਣੇ ਆਪ ਨੂੰ टेंस ਜਾਂ पर्सन ਜਾਂ सबजैक्ट ਦੇ अकॉर्डिंग चेंज नहीं करदियां। नाउ एक्टिविटी 6, पिक आउट इन्फिनेटिव्स इन द फॉलोइंग सेंटेंसेस एंड अंडरलाइन दैम। हुण नीचे वाले कुछ सेंटेंसेस दिते हुए आ, इन्हां दे विचों आपां देखना है कि इन्फिनेटिव्स किहड़े-किहड़े आ ते उन्हां नूं आपां अंडरलाइन करना। जी, नंबर 1,
I saw him go. So go की इत्थे infinitive. Next, he promised to come. To come. Number 3, to forgive is difficult. To forgive. Number 4, I watched her dance. Number 5, it is bad to cheat your family. Cheat. ठीक है, सो ये हो गए इनफिनिटिव्स. एक्टिविटी 7, फिल इन द ब्लैंक्स विद अप्रोप्रिएट नॉन फाइनाइट फॉर्म्स. हुण इत्थे तुसीं फिल इन द ब्लैंक्स दे विच नॉन फाइनाइट फॉर्म्स फिल करनियां. नंबर 1, यू ought डैश गेट अप अर्लीयर. इत्थे की आएगा आंसर टू गेट. ठीक है. नेक्स्ट, इट इज़ ईजी डैश मेक मिस्टेक्स. तो इत्थे की आएगा टू मेक. नेक्स्ट, ही मेड मी डैश रिपीट द लेसन. आंसर रिपीट. नेक्स्ट, यू नीडंट डैश से एनीथिंग. आंसर इत्थे की आएगा से. वुड यू लाइक डैश कम इन माई कार. इत्थे आएगा टू कम. नेक्स्ट इज ही विल बी एबल डैश स्विम वेरी सून. टू स्विम. ये आंसर्स इत्थे फिल कर लियो. नेक्स्ट इज एक्टिविटी 8, कंबाइन द फॉलोइंग पेयर्स ऑफ सेंटेंसेस इनटू वन सेंटेंस यूजिंग टू और इनफ प्लस इनफिनिटिव. नीचे दो अलग अलग सेंटेंसेस दिते हुए आ, आपां उन्हां नूं सिंगल सेंटेंस दे विच कन्वर्ट करना. आपां यूज़ की करना जां तां टू और इनफ ते उहदे नाल इनफिनिटिव यूज़ करके. ठीक है. यू आर वेरी यंग यू कैंट हैव अ गन. आंसर यू आर टू यंग टू हैव अ गन. यू आर तो बाद इत्थे TOO लगा दो. ठीक है. तो उस तो बाद फुल स्टॉप हटा देना तो फिर तुसी टू हैव अ गन. ठीक है. यू आर टू यंग. ठीक है. वेरी दी जगह टू TOO. ठीक है. यू आर टू यंग टू हैव अ गन. ये कट हो जाएगा. यू कैंट कट हो जाना. वरी दी जगह TOO आ जाएगा. ओके. ही इज़ वेरी इल ही कैंट ईट एनीथिंग. सो ही इज़ टू इल टू ईट एनीथिंग. नेक्स्ट, मिकी वॉज वेरी फुलिश ही टोल्ड लाइज टू द पुलिस. ठीक है. इसका आंसर क्या आएगा. मिकी वॉज फुलिश इनफ टू टेल लाइज टू द पुलिस. नेक्स्ट, the fire isn't very hot it won't boil the kettle. The fire is not hot enough to boil the kettle. Next, I am rather old I can't walk that far. Answer, I am too old to walk that far. ठीक है. सो ये आंसर्स तुसी नोट कर लो. एक्टिविटी 9, पिक आउट जेरेंट इन द फॉलोइंग सेंटेंसेस. हुण नीचे वाले सेंटेंस के विचों आपां सिर्फ जेरेंट्स जिहड़े आ वो फाइंड आउट करने आ. ठीक है. जेरेंट्स आपां पढ़ के आए हैं. फस्ट फॉर्म दे नाल ING लगा होएगा इत्थे. नंबर 1, स्विमिंग इज़ अ गुड एक्सरसाइज. नंबर 2, आई इंजॉय स्लीपिंग. नंबर 3, ओल्ड मैन इंजॉय गॉसिपिंग. नंबर 4, आई हेट वेटिंग. नेक्स्ट, स्टीलिंग इज़ अ क्राइम. I am fond of walking. I am good at spelling. We took part in boating. My sister does not like cooking. She is fond of dancing. ठीक है. सो ये वाले वर्ड्स जोड़े अंडरलाइन किते ये आंसर्स है गया. Fill in the blanks with the correct gerund or infinitive form of the verbs given in the brackets. नीचे fill in the blanks दिते हुए हैं. इस साइड ते कुछ वर्ड्स दिते हुए हैं ਜਿਹੜੇ कि verbs है गया. ठीक है. ਉਹਦੇ ਅਕੋਰਡਿੰਗ ਦੇਖਣਾ ਕਿ ਕਿੱਥੇ ਕਰੈਕਟ ਜੀਰੰਡ ਯੂਜ਼ ਹੋਏਗਾ ਤਾਂ ਜਾਂ ਫਿਰ ਕਿੱਥੇ ਇਨਫਿਨਿਟਿਵ ਫਾਰਮ ਯੂਜ਼ ਹੋਣੀ ਹੈ. ਠੀਕ ਹੈ. ਫਸਟ ਹੈਗਾ ਹੀ ਅਗਰੀਡ ਡੈਸ਼ ਮੀ ਟੂ ਹੈਲਪ. ਨੈਕਸਟ, ਸੁਰੇਸ਼ ਇੰਜੋਇਜ਼ ਡੈਸ਼ ਫੁੱਟਬਾਲ. ਆਂਸਰ, ਪਲੇਇੰਗ. ਵੀ ਫੇਲਡ ਡੈਸ਼ ਦ ਟ੍ਰੇਨ ਟੂ ਕੈਚ. ਨੈਕਸਟ, ਦੇ ਡਿਸਾਈਡਡ ਡੈਸ਼ ਹਾਰਡ ਟੂ ਵਰਕ. ਸ਼ੀ ਲਵਸ ਡੈਸ਼ टू म्यूजिक. आंसर क्या आएगा, लिसनिंग. आई एम लर्निंग हाउ डैश. आंसर क्या आएगा, टू ड्राइव. नेक्स्ट है द क्लास वांटेड डैश फॉर अ पिकनिक. आंसर, टू गो. ही अर्ज्ड अस डैश फास्टर टू वर्क. शी लव्स डैश बुक्स रीडिंग
books. I am looking forward to dash you meet you. Learning to listen. Activity 10. You will listen carefully to your teacher. ਤੁਸੀਂ ਆਪਣੇ ਟੀਚਰ ਨੂੰ ਧਿਆਨ ਨਾਲ ਸੁਣੋਗੇ. Your teacher will read a passage slowly. ਤੁਹਾਡੇ ਟੀਚਰ ਇੱਕ ਪੈਸੇਜ ਸਲੋਲੀ ਰੀਡ ਕਰਨਗੇ. Write in your notebook what you hear. ਤੇ ਤੁਸੀਂ ਲਿਖੋਗੇ ਜੋ ਵੀ ਤੁਸੀਂ ਸੁਣਿਆ. ठीक है. Do not make spelling mistakes and put appropriate punctuation marks such as comma, question mark or full stop. ਜਦੋਂ ਤੁਸੀਂ ਸੁਣ ਕੇ ਲਿਖੋਗੇ ਤੇ ਤੁਸੀਂ ਸਪੈਲਿੰਗ ਮਿਸਟੇਕ ਨਹੀਂ ਕਰਨੀ ਤੇ ਕਿੱਥੇ ਐਪਰੋਪਰੀਏਟ ਪੰਕਚੁਏਸ਼ਨ ਯੂਜ਼ ਹੋਣੀ ਆ, ਪੰਕਚੁਏਸ਼ਨ ਮਾਰਕਸ ਯੂਜ਼ ਹੋਣੇ ਆ, ਕਿੱਥੇ ਕੋਮਾ ਲੱਗਣਾ, ਕਿੱਥੇ ਕੁਐਸਚਨ ਮਾਰਕ ਲੱਗਣਾ, ਕਿੱਥੇ ਫੁੱਲ ਸਟਾਪ, ਉਹ ਤੁਸੀਂ ਧਿਆਨ ਦੇ ਨਾਲ ਲਗਾਉਣਾ ਵੈਨ ਨੀਡਡ ਜਿੱਥੇ ਜ਼ਰੂਰਤ ਹੈ. ਐਟ ਪੇਜ ਨੰਬਰ 166 ਪੇਜ ਨੰਬਰ ਦੇ ਉੱਪਰ ਪੈਸੇਜ ਦਿੱਤਾ ਹੋਇਆ. ਠੀਕ ਹੈ. Next is learning to speak. Activity 11. Look at the pictures given below. नीचे जो ਦਿੱਤੀ ਹੋਈ ਉਹਨੂੰ ਧਿਆਨ ਨਾਲ ਦੇਖੋ. There are 8 differences. ਉਹਦੇ ਵਿੱਚ 8 differences ਹੈਗੇ ਆ. Do this activity with your partner. ਤੇ ਤੁਸੀਂ ਆਪਣੇ ਪਾਰਟਨਰ ਦੇ ਨਾਲ ਇਹ ਐਕਟੀਵਿਟੀ ਕਰੋ. While identifying the differences, you all must speak in English only. ਨੀਚੇ 2 ਪਿਕਚਰਸ ਹੈਗੀਆਂ, ਉਹਦੇ ਵਿੱਚ ਥੋੜ੍ਹੀਆਂ ਡਿਫਰੈਂਸਿਸ ਹੈਗੀਆਂ. ਤੁਸੀਂ ਆਪਣੇ ਪਾਰਟਨਰ ਨਾਲ ਮਿਲ ਕੇ ਉਹਨੂੰ ਫਾਈਂਡ ਆਊਟ ਕਰਨਾ ਤੇ ਤੁਸੀਂ ਦੱਸਣਾ ਕਿ ਕੀ ਡਿਫਰੈਂਸ ਹੈ. ਬਟ ਯੂ ਹੈਵ ਟੂ ਸਪੀਕ ਇਨ ਇੰਗਲਿਸ਼ ਓਨਲੀ. ਬਟ ਤੁਸੀਂ ਸਿਰਫ ਇੰਗਲਿਸ਼ ਦੇ ਵਿੱਚ ਬੋਲ ਕੇ ਹੀ ਦੱਸਣਾ. ਠੀਕ ਹੈ. ਨੀਚੇ ਪਿਕਚਰਸ ਦੇਖ ਲਓ, ਉਸ ਤੋਂ ਬਾਅਦ ਇਹਨੂੰ ਕਰਿਓ. ਨੈਕਸਟ ਇਜ਼ ਲਰਨਿੰਗ ਟੂ ਰਾਈਟ. Given below is an application written to the principal of a school asking for exemption from examination. Read it carefully and also look at its format. ਹਾਂਜੀ, ਨੀਚੇ ਇੱਕ ਐਪਲੀਕੇਸ਼ਨ ਦਿੱਤੀ ਹੋਈ ਆ. ਠੀਕ ਹੈ. ਤੁਸੀਂ ਆਪਣੇ ਪ੍ਰਿੰਸੀਪਲ ਨੂੰ ਲਿਖਣੀ ਹੈ. ਜਿਹੜੇ ਐਗਜ਼ਾਮ ਹੋਣਗੇ ਉਹਨਾਂ 'ਚੋਂ ਛੋਟ ਦਿੱਤੀ ਜਾਵੇ. ਇਹਨੂੰ ਧਿਆਨ ਦੇ ਨਾਲ ਦੇਖੋ ਕਿਸ ਫਾਰਮੈਟ ਦੇ ਅਕੋਰਡਿੰਗ ਇਹਨੂੰ ਲਿਖਿਆ ਗਿਆ. ਹਾਂਜੀ. ਦ ਪ੍ਰਿੰਸੀਪਲ, ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ, ਜਲੰਧਰ. ਸਰ, ਆਈ ਐਮ ਅ ਸਟੂਡੈਂਟ ਆਫ ਕਲਾਸ 8th A ਆਫ ਯੋਰ ਸਕੂਲ. ਮੈਂ ਤੁਹਾਡੇ ਸਕੂਲ ਦੇ ਵਿੱਚ 8th ਕਲਾਸ ਦਾ ਸਟੂਡੈਂਟ ਹਾਂ. ਆਰ ਬਾਈ ਮੰਥਲੀ ਐਗਜ਼ਾਮਸ ਆਰ ਸਟਾਰਟਿੰਗ ਫਰੋਮ, ਇੱਥੇ ਨਵੰਬਰ ਲਿਖਿਆ ਆ. ਤੁਸੀਂ ਜਿਹੜਾ ਮੰਥ ਚੱਲ ਰਿਹਾ ਉਸ ਤੋਂ ਉਸੇ ਦੀ ਡੇਟ ਲਿਖੋ. ਅੱਜ ਕਿ ਸਾਡੇ ਬਾਈ ਮੰਥਲੀ ਐਗਜ਼ਾਮ ਜਿਹੜੇ ਆ ਉਹ ਸਟਾਰਟ ਹੋ ਰਹੇ ਆ. ਅੱਜ ਹੋ ਗਈ ਸਪੋਜ਼ 30. ਤੁਸੀਂ ਇੱਥੇ ਜਿਹੜੀ ਡੇਟ ਪਾਓਗੇ ਉਹ ਸੈਪਟੈਂਬਰ ਦੀ ਪਾ ਦਿਓ. ਸੈਪਟੈਂਬਰ 7 ਪਾ ਦਿਓ ਜਾਂ ਕੋਈ ਮਰਜ਼ੀ ਪਾ ਦਿਓ. ਠੀਕ ਹੈ. ਕਿ ਸਾਡੇ ਐਗਜ਼ਾਮ ਬਾਈ ਮੰਥਲੀ ਐਗਜ਼ਾਮ ਜਿਹੜੇ ਆ ਉਹ ਸੈਪਟੈਂਬਰ 7 2021 'ਚ ਸਟਾਰਟ ਹੋ ਰਿਹਾ. ਸਰ, ਆਈ ਆਲਵੇਜ਼ ਸਟੈਂਡ ਫਸਟ ਇਨ ਦ ਐਗਜ਼ਾਮਸ. ਕਿ ਸਰ ਮੈਂ ਹਮੇਸ਼ਾ ਐਗਜ਼ਾਮਸ ਦੇ ਵਿੱਚੋਂ ਫਸਟ ਆਉਣਾ. ਮਾਈ ਸਿਸਟਰਸ ਵੈਡਿੰਗ ਫੋਲਿੰਗ ਔਨ ਸੈਪਟੈਂਬਰ 7. ਠੀਕ ਹੈ. ਇੱਥੇ ਸੇਮ ਮੈਂਸ਼ਨ ਕਰ ਦਿਓ ਡੇਟ ਜਿਸ ਡੇਟ ਤੋਂ ਐਗਜ਼ਾਮ ਸਟਾਰਟ ਹੋ ਰਿਹਾ, ਸੈਪਟੈਂਬਰ 7. ਠੀਕ ਹੈ. ਕਿ ਮੇਰੀ ਸਿਸਟਰ ਦੀ ਮੈਰਿਜ 7 ਸੈਪਟੈਂਬਰ ਨੂੰ ਹੀ ਹੈ. ਐਜ਼ ਆਈ ਐਮ ਦ ਓਨਲੀ ਹੈਲਪਿੰਗ ਹੈਂਡ ਆਫ ਮਾਈ ਫਾਦਰ. ਕਿਉਂਕਿ ਮੈਂ ਹੀ ਆਪਣੇ ਪਿਤਾ ਜੀ ਦੇ ਨਾਲ ਹੈਲਪ ਕਰਵਾਉਣੀ ਆ. ਆਈ ਕੈਂਟ ਟੇਕ ਦ ਐਗਜ਼ਾਮ ਦਿਸ ਟਾਈਮ. ਤੇ ਮੈਂ ਪੇਪਰ ਨਹੀਂ ਦੇ ਸਕਦਾ. ਦਿਸ ਟਾਈਮ ਆਈ ਰਿਕੁਐਸਟ ਯੂ ਟੂ ਐਗਜ਼ੈਂਪਟ ਮੀ ਫਰੋਮ ਦ ਐਗਜ਼ਾਮੀਨੇਸ਼ਨ. ਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਮੈਨੂੰ ਪੇਪਰ ਦੇਣ ਤੋਂ ਛੋਟ ਦਿੱਤੀ ਜਾਵੇ. ਆਈ ਸ਼ੈਲ ਬੀ ਵੈਰੀ ਥੈਂਕਫੁਲ ਟੂ ਯੂ. ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ. ਥੈਂਕਿੰਗ ਯੂ ਯੂਰਸ ਓਬੀਡੀਐਂਟਲੀ. ਇੱਥੇ ਆਪਣਾ ਨੇਮ, ਰੋਲ ਨੰਬਰ ਔਰ ਜਿਸ ਦਿਨ ਦੀ ਐਪਲੀਕੇਸ਼ਨ ਹੈ ਉਸ ਦਿਨ ਦੀ ਡੇਟ ਮੈਂਸ਼ਨ ਕਰ ਦਿਓ. ਠੀਕ ਹੈ. ਸੋ ਇਹ ਤੁਸੀਂ ਆਪਣੀਆਂ ਨੋਟਬੁੱਕਸ ਦੇ ਉੱਪਰ ਨੋਟ ਕਰੋ. Activity 12. Write an application to your principal asking for a school leaving certificate in the space given below. You must write your reason for leaving the school, when you will leave the school, where you will take admission after leaving the school. ਹਾਂਜੀ, ਹੁਣ ਤੁਸੀਂ ਨੀਚੇ ਸਕੂਲ ਲਿਵਿੰਗ ਸਰਟੀਫਿਕੇਟ ਦੀ ਐਪਲੀਕੇਸ਼ਨ ਲਿਖਣੀ ਆ ਕਿ ਤੁਸੀਂ ਸਕੂਲ ਕਿਉਂ ਛੱਡ ਰਹੇ ਹੋ, ਕਦੋਂ ਛੱਡੋਗੇ ਸਕੂਲ ਤੇ ਤੁਸੀਂ ਕਿੱਥੇ ਐਡਮਿਸ਼ਨ ਲਓਗੇ ਇਸ ਸਕੂਲ ਨੂੰ ਛੱਡਣ ਤੋਂ ਬਾਅਦ. ਠੀਕ ਹੈ. ਸੋ ਸੇਮ ਉਸੇ ਫਾਰਮੈਟ ਜੋ ਕਿ ਉੱਪਰ ਆਪਾਂ ਪੜ੍ਹ ਕੇ ਆਏ ਐਪਲੀਕੇਸ਼ਨ, ਉਸੇ ਤਰ੍ਹਾਂ ਦੇ ਫਾਰਮੈਟ 'ਚ ਤੁਸੀਂ ਲਿਖਣੀ ਆ. ਤੇ ਇੱਕ ਵਾਰੀ ਮੈਂ ਤੁਹਾਨੂੰ ਸਪੈਸੀਮਨ ਦਿਖਾ ਦਿੰਦੀ ਆ, ਤੁਸੀਂ ਟਰਾਈ ਕਰਿਓ ਖੁਦ ਲਿਖਣ ਦੀ. ਠੀਕ ਹੈ. ਇੱਥੇ ਤੁਸੀਂ ਹੈਡ ਮਾਸਟਰ ਦੀ ਜਗ੍ਹਾ ਪ੍ਰਿੰਸੀਪਲ ਲਿਖ ਸਕਦੇ ਹੋ, ਸਕੂਲ ਦਾ ਨੇਮ, ਡਿਸਟ੍ਰਿਕਟ ਦਾ ਨੇਮ, ਸਬਜੈਕਟ ਜ਼ਰੂਰ ਮੈਂਸ਼ਨ ਕਰ ਦਿਓ, ਰਿਕੁਐਸਟ ਫॉर ਸਕੂਲ ਲਿਵਿੰਗ ਸਰਟੀਫਿਕੇਟ. ਹਾਂਜੀ. ਸਰ, ਰਿਸਪੈਕਟਫੁਲੀ ਆਈ ਬੈਗ ਟੂ ਸਬਮਿਟ ਦੈਟ ਮਾਈ ਫਾਦਰ ਹੈਜ਼ ਬੀਨ ਟ੍ਰਾਂਸਫਰ ਟੂ ਨਾਰਨੋਲ. ਇੱਥੇ ਨਾਰਨੋਲ ਦੀ ਜਗ੍ਹਾ ਤੁਸੀਂ ਕੋਈ ਵੀ ਪਲੇਸ ਲਿਖ ਸਕਦੇ ਆ ਜੋ ਤੁਹਾਨੂੰ ਪਤਾ. ਠੀਕ ਹੈ. ਕਿ ਤੁਸੀਂ ਰਿਸਪੈਕਟਫੁਲੀ ਆਦਰ ਸਾਹਿਬ ਤੇ ਬੇਨਤੀ ਕਰ ਰਹੇ ਹੋ ਕਿ ਮੇਰੇ ਫਾਦਰ ਦੀ ਟ੍ਰਾਂਸਫਰ ਹੋ ਗਈ ਆ. ਹੀ ਇਜ਼ ਟੂ ਜੁਆਇਨ ਦੇਅਰ ਨੈਕਸਟ ਵੀਕ. ਤੇ ਉਹਨਾਂ ਨੇ ਅਗਲੇ ਹਫਤੇ ਜੁਆਇਨ ਕਰਨਾ. ਵੀ ਆ ਸ਼ਿਫਟਿੰਗ ਦੇ ਔਨ ਮੰਡੇ. ਤੇ ਅਸੀਂ ਮੰਡੇ ਨੂੰ ਉੱਥੇ ਸ਼ਿਫਟ ਕਰ ਰਹੇ ਹਾਂ ਦ 16th ਇੰਸਟੈਂਟ. ਠੀਕ ਹੈ. 16 ਤਰੀਕ ਨੂੰ. ਆਈ ਦੇਅਰਫੋਰ ਰਿਕੁਐਸਟ ਯੂ ਟੂ ਇਸ਼ੂ ਮਾਈ ਸਕੂਲ ਲਿਵਿੰਗ ਸਰਟੀਫਿਕੇਟ. ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਨੂੰ ਸਕੂਲ ਲਿਵਿੰਗ ਸਰਟੀਫਿਕੇਟ ਦਿੱਤਾ ਜਾਵੇ. ਆਈ ਹੈਵ ਰਿਟਰਨਡ ਆਲ ਦ ਲਾਇਬ੍ਰੇਰੀ ਬੁੱਕਸ ਐਂਡ ਪੇਡ ਆਲ ਦ ਡਿਊਜ਼.
तो मैं अपने लाइब्रेरी बुक्स वापस करती हैं, तो जिन्ने भी मेरे ड्यू सी वो सारे क्लीयर कर दिते हैं। थैंकिंग यू यूज ओबीडियंटली, नीचे अपना नेम, रोल नंबर, क्लास। ठीक है, इसी स्पैसीमन तुसी खुद भी अपने अकॉर्डिंग एप्लीकेशन ये लिख सकते हैं। ठीक है, हाँ जी। नैक्सट, लर्निंग टू यूज़ द लैंग्वेज। एक्टिविटी 13, रीड द 4 कन्वर्सेशन गिवन बिलो एंड फिल इन द ब्लैंक्स यूजिंग द वर्ड्स एंड फ्रेजेस गिवन इन द टेबल। ये नीचे वाली हुण एक्टिविटी जिहड़ियां है तुसीं खुद करनी आ। ठीक है, नीचे कन्वर्सेशन दित्तियां होईयां 3, ओके, तो नीचे फिलअप्स भी दित्तियां होईयां, ते तुसीं इन्हां दे अकॉर्डिंग फिल इन द ब्लैंक्स नूं कंप्लीट करना। एक्टिविटी 14, गिवन बिलो आर सम पोलाइट रिक्वेस्ट विद इक्वली पोलाइट रिस्पॉन्सिज, मैच द क्वेश्चनस इन कॉलम ए विद द करैक्ट रिस्पॉन्सिज इन कॉलम बी। तो तुसीं सिर्फ देखना है दोनों साइड नूं, तो जोड़ा करैक्ट रिस्पॉन्सिज है कि मैच करता उन्होंने तुसी मैच करना। ठीक है, सो ये सी अपनी लास्ट एक्टिविटी 14, तो ये नाल ही अपना चैप्टर खत्म होंदा। तो हुण ये तुसी ध्यान नाल देख लियो। तो इसी वीडियो की डिस्क्रिप्शन दे विच मैं तुहानूं एक WhatsApp लिंक शेयर कर दूँगी जो कि फ्री हैगा, तो तुसी उत्थे ज्वाइन हो सकते हो अपनी इंग्लिश और SST की प्रैपरेशन के लिए। तो ये नाल ही एक होर गल कि तुसी अजे तक जिन्हां बच्चों ने भी चैनल को सबसक्राइब नहीं किया, वो बच्चे चैनल सबसक्राइब जरूर कर लो, तो प्लेलिस्ट च जाओ, अपने अप्रैल तो लैके अगस्त तक के सारे चैप्टर्स नू रिवाइज कर लो। ओके स्टूडेंट्स, ऑल द वेरी बेस्ट, थैंक्स फॉर वॉचिंग, टेक केयर।